अंतिम विदाई। ਅੱਜ ਮੋਹਨ ਲਾਲ ਜੀ ਬਹੁਤ ਖੁਸ਼ ਸਨ। ਉਹਨਾਂ ਦੀ ਛਾਤੀ ਮਾਣ ਨਾਲ ਫੈਲ ਗਈ। ਆਪਣੇ ਕਿਸੇ ਰਿਸ਼ਤੇਦਾਰ ਨਾਲ ਫੋਨ ਤੇ ਗੱਲ ਕਰਦਿਆਂ ਉਹਨਾਂ ਦਾ ਹਾਸਾ ਸਾਰੇ ਘਰ ਵਿੱਚ ਗੂੰਜ ਉੱਠਿਆ। ਸ਼ਰਮਾ ਜੀ, ਮੇਰਾ ਬੇਟਾ ਸ਼ੁਰੂ ਤੋਂ ਹੀ ਪੜ੍ਹਾਈ ਵਿੱਚ ਹੋਣਹਾਰ ਸੀ। ਉਸਨੇ ਹਰ ਜਮਾਤ ਫਸਟ ਡਿਵੀਜ਼ਨ ਨਾਲ ਪਾਸ ਕੀਤੀ ਅਤੇ ਹਰ ਸਾਲ ਵਜ਼ੀਫਾ ਲਿਆ। ਪੜ੍ਹਾਈ ਵਿੱਚ ਉਸਦੀ ਲਗਨ ਨੂੰ ਦੇਖਦਿਆਂ ਮੈਂ ਉਸਦਾ ਦਾਖਲਾ MBA 'ਚ ਕਰਵਾਇਆ ਸੀ। ਮੈਨੂੰ ਪਤਾ ਸੀ ਕਿ ਇੱਕ ਦਿਨ ਉਹ ਜ਼ਰੂਰ ਕਾਮਯਾਬ ਹੋਵੇਗਾ ਤੇ ਦੇਖੋ, ਉਸਨੇ ਯੂਨੀਵਰਸਿਟੀ ਵਿੱਚ ਟੌਪ ਕਰਕੇ ਮੇਰਾ ਭਰੋਸਾ ਕਾਇਮ ਰੱਖਿਆ ਹੈ। ਲਓ ਆ ਗਿਆ ਮੇਰਾ ਪੁੱਤ, ਦੋਸਤਾਂ ਨਾਲ ਆਪਣੀ ਸਫਲਤਾ ਦਾ ਜਸ਼ਨ ਮਨਾ ਕੇ। ਠੀਕ ਹੈ ਸ਼ਰਮਾ ਜੀ, ਮੈਂ ਫੋਨ ਰੱਖਦਾ ਹਾਂ। ਆਪਣੇ ਬੇਟੇ ਸਰਵਨ ਨੂੰ ਆਉਂਦਾ ਦੇਖ ਕੇ ਮੋਹਨ ਲਾਲ ਜੀ ਨੇ ਫੋਨ ਬੰਦ ਕਰ ਦਿੱਤਾ ਅਤੇ ਆਪਣੇ ਬੇਟੇ ਨੂੰ ਜੱਫੀ ਪਾ ਲਈ। ਪੁੱਤ, ਤੂੰ ਮੇਰਾ ਸਿਰ ਮਾਣ ਨਾਲ ਉੱਚਾ ਕਰ ਦਿੱਤਾ। ਦੇਖ, ਮੈਨੂੰ ਸਵੇਰ ਤੋਂ ਹੀ ਵਧਾਈ ਦੇਣ ਵਾਲਿਆਂ ਦੇ ਫੋਨ ਆ ਰਹੇ ਹਨ। ਇਹ ਕਹਿ ਕੇ ਮੋਹਨ ਲਾਲ ਜੀ ਦੀਆਂ ਅੱਖਾਂ ਵਿੱਚ ਖੁਸ਼ੀ ਦੇ ਹੰਝੂ ਵਹਿ ਤੁਰੇ। ਸਾਹਮਣੇ ਖੜੀ ਸਰਵਨ ਦੀ ਮਾਂ ਇਹ ਨਜ਼ਾਰਾ ਦੇਖ ਕੇ ਖੁਸ਼ ਹੋ ਰਹੀ ਸੀ, ਪਰ ਆਪਣੇ ਪੁੱਤ ਸਰਵਨ ਦੇ ਚਿਹਰੇ ਵੱਲ ਦੇਖ ਕੇ ਉਸ ਨੂੰ ਲੱਗਾ ਜਿਵੇਂ ਉਹ ਕੁਝ ਕਹਿਣਾ ਚਾਹੁੰਦਾ ਹੋਵੇ। ਇਸ ਦੌਰਾਨ ਸਰਵਨ ਨੇ ਕਿਹਾ, ਮਾਂ ਪਿਤਾ ਜੀ, ਮੈਂ ਤੁਹਾਨੂੰ ਦੋਵਾਂ ਨੂੰ ਕੁਝ ਦੱਸਣਾ ਹੈ। ਹਾਂ ਬੇਟਾ, ਦੱਸੋ ਕੀ ਗੱਲ ਹੈ। ਪਿਤਾ ਜੀ, ਤੁਹਾਨੂੰ ਪਤਾ ਹੈ ਕਿ ਅੱਜਕੱਲ ਚੰਗੀ ਨੌਕਰੀ ਮਿਲਣੀ ਕਿੰਨੀ ਔਖੀ ਹੈ, ਪਰ ਪੁੱਤਰ ਤੁਹਾਨੂੰ ਚਿੰਤਾ ਕਰਨ ਦੀ ਕੀ ਲੋੜ ਹੈ। ਅਜੇ ਤਾਂ ਤੇਰੀ ਪੜ੍ਹਾਈ ਖਤਮ ਹੋਈ ਹੈ, ਤੈਨੂੰ ਬਹੁਤ ਵਧੀਆ ਨੌਕਰੀ ਮਿਲੇਗੀ, ਚਿੰਤਾ ਨਾ ਕਰ। ਨਹੀਂ ਪਿਤਾ ਜੀ, ਮੈਂ ਕਹਿ ਰਿਹਾ ਸੀ ਕਿ ਮੈਨੂੰ ਬਹੁਤ ਵੱਡੀ ਮਲਟੀਨੈਸ਼ਨਲ ਕੰਪਨੀ ਵੱਲੋਂ ਆਸਟ੍ਰੇਲੀਆ ਵਿੱਚ ਨੌਕਰੀ ਦੀ ਪੇਸ਼ਕਸ਼ ਕੀਤੀ ਗਈ ਹੈ। ਆਸਟ੍ਰੇਲੀਆ? ਜਿਵੇਂ ਦੋਵੇਂ ਮਾਂ-ਬਾਪ ਕੁਝ ਸਮੇਂ ਲਈ ਬੁੱਤ ਬਣ ਗਏ। ਉਹਨਾਂ ਨੂੰ ਲੱਗਾ ਜਿਵੇਂ ਉਹਨਾਂ ਦਾ ਦਿਲ ਧੜਕਣਾ ਬੰਦ ਹੋ ਗਿਆ ਹੋਵੇ। ਫਿਰ ਕੁਝ ਸੰਭਲ ਕੇ ਉਸਦੀ ਮਾਂ ਨੇ ਪਿਆਰ ਨਾਲ ਪੁੱਤਰ ਦੇ ਸਿਰ ਤੇ ਹੱਥ ਰੱਖ ਕੇ ਕਿਹਾ, ਪੁੱਤ, ਆਸਟ੍ਰੇਲੀਆ ਵਿੱਚ ਨੌਕਰੀ ਕਰਨ ਦੀ ਕੀ ਲੋੜ ਹੈ, ਤੈਨੂੰ ਇੱਥੇ ਵੀ ਬਹੁਤ ਵਧੀਆ ਨੌਕਰੀ ਮਿਲ ਸਕਦੀ ਹੈ। ਮਾਂ ਦੇ ਇਹਨਾਂ ਆਖਣ ਦੀ ਦੇਰ ਸੀ ਕਿ ਸਰਵਨ ਭੜਕ ਉੱਠਿਆ ਅਤੇ ਮਾਂ ਦਾ ਹੱਥ ਝਟਕ ਕੇ ਗੁੱਸੇ 'ਚ ਬੋਲਿਆ, ਮੈਨੂੰ ਪਤਾ ਸੀ ਕਿ ਤੁਸੀਂ ਲੋਕ ਇਹ ਡਰਾਮਾ ਸ਼ੁਰੂ ਕਰੋਗੇ। ਤੁਸੀਂ ਚੰਗੀ ਤਰ੍ਹਾਂ ਜਾਣਦੇ ਹੋ ਕਿ ਮੇਰਾ ਵਿਦੇਸ਼ ਵਿੱਚ ਕੰਮ ਕਰਨ ਦਾ ਸੁਪਨਾ ਬਹੁਤ ਪਹਿਲਾਂ ਤੋਂ ਸੀ ਅਤੇ ਅੱਜ ਜਦੋਂ ਇਹ ਸੁਪਨਾ ਹਕੀਕਤ ਵਿੱਚ ਬਦਲਣ ਜਾ ਰਿਹਾ ਹੈ ਤਾਂ ਮੈਂ ਇਸ ਮੌਕੇ ਨੂੰ ਗਵਾਉਣਾ ਨਹੀਂ ਚਾਹੁੰਦਾ। ਉਸਦੇ ਮਾਤਾ ਤੇ ਪਿਤਾ ਦੋਵਾਂ ਦੀਆਂ ਅੱਖਾਂ ਵਿੱਚ ਇੱਕ ਅਜੀਬ ਜਿਹੀ ਉਦਾਸੀ ਛਾ ਗਈ। ਉਹਨਾਂ ਨੂੰ ਲੱਗਾ ਜਿਵੇਂ ਸਮਾਂ ਰੁਕ ਗਿਆ ਹੋਵੇ। ਖੁਸ਼ੀ ਦਾ ਮਾਹੌਲ ਉਦਾਸੀ 'ਚ ਬਦਲ ਗਿਆ ਸੀ। ਉਹ ਦੋਵੇਂ ਚੁੱਪਚਾਪ ਇੱਕ ਦੂਜੇ ਵੱਲ ਵੇਖ ਰਹੇ ਸਨ ਜਦੋਂ ਕਿ ਸਰਵਨ ਆਪਣੀ ਗੱਲ ਕਹਿ ਕੇ ਆਪਣੇ ਕਮਰੇ ਵਿੱਚ ਚਲਾ ਗਿਆ। ਉਸ ਰਾਤ ਸਰਵਨ ਦੇ ਮਾਤਾ ਪਿਤਾ ਦੋਵਾਂ ਨੂੰ ਉਹ ਸਮਾਂ ਯਾਦ ਆਉਣ ਲੱਗਿਆ ਜਦੋਂ ਉਹਨਾਂ ਦੇ ਵਿਆਹ ਦੇ 10 ਸਾਲ ਬਾਅਦ ਉਹਨਾਂ ਦੇ ਪੁੱਤਰ ਸਰਵਨ ਦਾ ਜਨਮ ਹੋਇਆ ਸੀ। ਕੋਈ ਵੀ ਡਾਕਟਰ ਹਕੀਮ ਨਹੀਂ ਬਚਿਆ ਹੋਣਾ ਜਿਸ ਦੀ ਦਵਾ ਉਹਨਾਂ ਨੇ ਨਾ ਖਾਧੀ ਹੋਵੇ। ਕੋਈ ਵੀ ਅਜਿਹਾ ਮੰਦਰ ਜਾਂ ਥਾਂ ਨਹੀਂ ਸੀ ਜਿੱਥੇ ਉਹਨਾਂ ਮੱਥਾ ਨਾ ਰਗੜਿਆ ਹੋਵੇ। ਫਿਰ ਕਿਤੇ ਜਾ ਕੇ ਉਹਨਾਂ ਨੂੰ ਬੱਚੇ ਦਾ ਸੁੱਖ ਮਿਲਿਆ ਸੀ। ਉਸਦੇ ਜਨਮ ਤੋਂ ਲੈ ਕੇ ਅੱਜ ਤੱਕ ਦੀਆਂ ਸਾਰੀਆਂ ਯਾਦਾਂ ਉਹਨਾਂ ਦੀਆਂ ਅੱਖਾਂ ਅੱਗੇ ਤਸਵੀਰਾਂ ਵਾਂਗ ਆਉਣ ਲੱਗੀਆਂ। ਸਰਵਨ ਦੀ ਮਾਂ ਨੇ ਭਰੇ ਮਨ ਨਾਲ ਕਿਹਾ, ਬਚਪਨ ਵਿੱਚ ਤਾਂ ਸਰਵਨ ਮੈਨੂੰ ਆਪਣੀਆਂ ਅੱਖਾਂ ਤੋਂ ਬਿਲਕੁਲ ਵੀ ਓਲੇ ਨਹੀਂ ਹੋਣ ਦਿੰਦਾ ਸੀ ਤੇ ਜੇਕਰ ਮੈਂ ਨਜ਼ਰ ਨਾ ਆਉਂਦੀ ਤਾਂ ਸਾਰਾ ਘਰ ਸਿਰ ਤੇ ਉਠਾ ਲੈਂਦਾ ਸੀ। 2 ਪਲ ਲਈ ਵੀ ਆਪਣੀ ਮਾਂ ਤੋਂ ਦੂਰੀ ਉਸ ਨੂੰ ਬਰਦਾਸ਼ਤ ਨਹੀਂ ਸੀ ਅਤੇ ਜਿਵੇਂ ਹੀ ਤੁਸੀਂ ਕੰਮ ਤੋਂ ਵਾਪਸ ਆਉਂਦੇ ਤਾਂ ਕਿਵੇਂ ਉਹ ਭੱਜ ਕੇ ਆਉਂਦਾ ਸੀ ਅਤੇ ਤੁਹਾਡੀਆਂ ਲੱਤਾਂ ਨੂੰ ਘੁੱਟ ਕੇ ਜੱਫੀ ਪਾ ਲੈਂਦਾ ਸੀ। ਸਰਵਨ ਦੇ ਪਿਤਾ ਮੋਹਨ ਲਾਲ ਜੀ ਵੀ ਉਹਨਾਂ ਸਾਰੀਆਂ ਗੱਲਾਂ ਨੂੰ ਯਾਦ ਕਰਕੇ ਭਾਵੁਕ ਹੋ ਗਏ ਅਤੇ ਕਿਹਾ ਕਿ ਅੱਜ ਉਹ ਦਿਨ ਹੈ ਜਦੋਂ ਸਾਡਾ ਉਹੀ ਸਰਵਨ ਸਾਨੂੰ ਛੱਡ ਕੇ ਵਿਦੇਸ਼ ਜਾਣ ਬਾਰੇ ਸੋਚ ਰਿਹਾ ਹੈ। ਸਾਡੇ ਇਕਲੌਤੇ ਪੁੱਤਰ ਨੇ ਇੱਕ ਵਾਰ ਵੀ ਨਹੀਂ ਸੋਚਿਆ ਕਿ ਉਸਦੇ ਬੁੱਢੇ ਮਾਪਿਆਂ ਦਾ ਕੀ ਹੋਵੇਗਾ, ਉਹਨਾਂ ਦੀ ਦੇਖਭਾਲ ਕੌਣ ਕਰੇਗਾ। ਕੀ ਔਲਾਦ ਇੰਨੀ ਸਵਾਰਥੀ ਹੋ ਸਕਦੀ ਹੈ? ਅਜਿਹੇ ਡੂੰਘੇ ਵਿਚਾਰਾਂ ਵਿੱਚ ਘਿਰੇ ਉਹ ਦੋਵੇਂ ਰਾਤ ਭਰ ਕਰਵਟਾਂ ਲੈਂਦੇ ਰਹੇ, ਪਰ ਨੀਂਦ ਉਹਨਾਂ ਦੀਆਂ ਅੱਖਾਂ ਨੂੰ ਵੀ ਨਾ ਛੂ ਸਕੀ। ਸਵੇਰੇ ਜਦੋਂ ਉਹ ਕਮਰੇ ਤੋਂ ਬਾਹਰ ਆਏ ਤਾਂ ਉਹਨਾਂ ਨੇ ਸਰਵਨ ਨੂੰ ਤਿਆਰ ਹੋ ਕੇ ਜੁੱਤੇ ਪਾਉਂਦੇ ਦੇਖਿਆ। ਇਸ ਤੋਂ ਪਹਿਲਾਂ ਕਿ ਉਹ ਉਸ ਨੂੰ ਕੁਝ ਪੁੱਛਦੇ, ਉਹ ਆਪਣੇ ਕੱਪੜੇ ਇੱਕ ਬੈਗ ਵਿੱਚ ਰੱਖਣ ਲੱਗਾ। ਇਹ ਸਭ ਦੇਖ ਕੇ ਸਰਵਨ ਦੀ ਮਾਂ ਕੰਬਦੀ ਆਵਾਜ਼ ਵਿੱਚ ਪੁੱਛਿਆ, ਬੇਟਾ ਕਿਤੇ ਜਾਣ ਦਾ ਮਨ ਬਣਾ ਰਹੇ ਹੋ? ਸਰਵਨ ਨੇ ਕਿਹਾ, ਹਾਂ ਮਾਂ, ਮੈਨੂੰ ਪਾਸਪੋਰਟ ਬਣਵਾਉਣਾ ਪਵੇਗਾ। ਨਿਤਿਨ ਮੇਰਾ ਦੋਸਤ ਹੈ, ਉਸਦੇ ਪਿਤਾ ਪਾਸਪੋਰਟ ਦਫ਼ਤਰ ਵਿੱਚ ਕੰਮ ਕਰਦੇ ਹਨ। ਮੈਂ ਉਸ ਨਾਲ ਗੱਲ ਕੀਤੀ ਹੈ। ਜਦੋਂ ਤੱਕ ਨਿਯੁਕਤੀ ਪੱਤਰ ਆਵੇਗਾ
मैं यह काम खत्म कर लेंदा हाँ। इस बहाने मैं अपने दोस्त नाल कुछ दिन दिल्ली भी घूम लवांगा। ये सुन के उसकी माँ उस लिए चाह ते नाश्ता लैन लई रसोई चली गई ਤਾਂ ਉਸਦੇ ਪਿਤਾ ਨੇ ਉਸਨੂੰ ਪਿਆਰ ਨਾਲ ਪੁੱਛਿਆ, ਬੇਟਾ ਇੱਕ ਗੱਲ ਦੱਸੋ, ਵਿਦੇਸ਼ ਜਾਣਾ ਇੰਨਾ ਜ਼ਰੂਰੀ ਹੈ? ਤਾਂ ਸਰਵਨ ਨੇ ਕਿਹਾ, ਪਿਤਾ ਜੀ ਇਸ ਵਿੱਚ ਹਰਜ ਹੀ ਕੀ ਹੈ? ਜਿੰਨੇ ਪੈਸੇ ਮੈਨੂੰ ਵਿਦੇਸ਼ ਵਿੱਚ ਨੌਕਰੀ ਕਰਕੇ ਮਿਲਣਗੇ ਉਹਨੇ ਤਾਂ ਮੈਂ ਇੱਥੇ ਕਦੇ ਨਹੀਂ ਕਮਾ ਸਕਦਾ। ਪਰ ਪੁੱਤਰ, ਜ਼ਿੰਦਗੀ ਵਿੱਚ ਪੈਸਾ ਹੀ ਸਭ ਕੁਝ ਨਹੀਂ ਹੁੰਦਾ, ਪਿਤਾ ਨੇ ਕਿਹਾ। ਪਿਤਾ ਜੀ, ਮੈਨੂੰ ਸਮਝ ਨਹੀਂ ਆਉਂਦੀ ਕਿ ਤੁਸੀਂ ਮੇਰੇ ਵਿਦੇਸ਼ ਜਾਣ ਬਾਰੇ ਸੁਣ ਕੇ ਇੰਨੇ ਦੁਖੀ ਕਿਉਂ ਹੋ। ਜਦੋਂ ਮੋਹਨ ਲਾਲ ਜੀ ਕੁਝ ਕਹਿਣ ਲੱਗੇ ਤਾਂ ਸਰਵਨ ਨੇ ਸਾਫ਼ ਲਫ਼ਜ਼ਾਂ ਵਿੱਚ ਕਿਹਾ, ਪਿਤਾ ਜੀ ਮੈਂ ਸਾਰੀ ਉਮਰ ਇਸ ਛੋਟੇ ਜਿਹੇ ਘਰ ਵਿੱਚ ਨਹੀਂ ਰਹਿ ਸਕਦਾ। ਤੁਸੀਂ ਕੀ ਚਾਹੁੰਦੇ ਹੋ? ਮੈਂ ਆਪਣੇ ਸੁਪਨਿਆਂ ਨੂੰ ਅੱਗ ਲਾ ਦੇਵਾਂ ਅਤੇ ਤੁਹਾਡੇ ਵਾਂਗ ਛੋਟੀ-ਮੋਟੀ ਨੌਕਰੀ ਕਰਕੇ ਆਪਣੀ ਜ਼ਿੰਦਗੀ ਜਿਉਂਦਾ ਰਹਾਂ? ਅਜਿਹਾ ਬਿਲਕੁਲ ਨਹੀਂ ਹੋਵੇਗਾ। ਇੰਨਾ ਕਹਿ ਕੇ ਉਹ ਆਪਣਾ ਬੈਗ ਚੁੱਕ ਕੇ ਚਲਾ ਗਿਆ ਅਤੇ ਮੋਹਨ ਲਾਲ ਜੀ ਆਪਣੇ ਪੁੱਤਰ ਦੀਆਂ ਗੱਲਾਂ ਸੁਣ ਕੇ ਪੱਥਰ ਬਣ ਕੇ ਰਹਿ ਗਏ। ਮਾਂ ਉਸਨੂੰ ਨਾਸ਼ਤੇ ਲਈ ਵਾਜਾਂ ਮਾਰਦੀ ਰਹਿ ਗਈ ਪਰ ਉਹ ਨਾ ਰੁਕਿਆ। ਜਦੋਂ ਸਰਵਨ ਕੁਝ ਘੰਟਿਆਂ ਦੇ ਸਫ਼ਰ ਤੋਂ ਬਾਅਦ ਦਿੱਲੀ ਪਹੁੰਚਿਆ ਤਾਂ ਉਸਦਾ ਦੋਸਤ ਨਿਤਿਨ ਉੱਥੇ ਪਹਿਲਾਂ ਹੀ ਉਸਦਾ ਇੰਤਜ਼ਾਰ ਕਰ ਰਿਹਾ ਸੀ। ਦੋਵੇਂ ਦੋਸਤ ਇੱਕ ਦੂਜੇ ਨੂੰ ਮਿਲ ਕੇ ਬਹੁਤ ਖੁਸ਼ ਸਨ। ਨਿਤਿਨ ਉਸਨੂੰ ਕਾਰ ਰਾਹੀਂ ਆਪਣੇ ਘਰ ਲੈ ਗਿਆ। ਨਿਤਿਨ ਦਾ ਘਰ ਇੱਕ ਚੰਗੇ ਇਲਾਕੇ ਵਿੱਚ ਸੀ ਜੋ ਕਾਫੀ ਵੱਡਾ ਸੀ, ਜਿਸ ਵਿੱਚ ਉਹ ਆਪਣੇ ਮਾਤਾ-ਪਿਤਾ ਤੇ ਭਰਾ ਭਰਜਾਈ ਨਾਲ ਰਹਿੰਦਾ ਸੀ। ਨਿਤਿਨ ਨੇ ਆਪਣੇ ਦੋਸਤ ਸਰਵਨ ਨੂੰ ਆਪਣੇ ਪਰਿਵਾਰ ਨਾਲ ਮਿਲਵਾਇਆ। ਨਿਤਿਨ ਨੇ ਆਪਣੇ ਪਿਤਾ ਨੂੰ ਦੱਸਿਆ ਕਿ ਸਰਵਨ ਵਿਦੇਸ਼ ਜਾਣਾ ਚਾਹੁੰਦਾ ਹੈ, ਇਸ ਲਈ ਉਹ ਪਾਸਪੋਰਟ ਸੰਬੰਧੀ ਰਸਮੀ ਕਾਰਵਾਈਆਂ ਪੂਰੀਆਂ ਕਰਨ ਲਈ ਦਿੱਲੀ ਆਇਆ ਹੈ। ਨਿਤਿਨ ਦੇ ਪਿਤਾ ਨੂੰ ਸ਼ਾਇਦ ਇਹ ਗੱਲ ਚੰਗੀ ਨਹੀਂ ਲੱਗੀ। ਉਹਨਾਂ ਨੇ ਸਰਵਨ ਨੂੰ ਕਿਹਾ, ਪੁੱਤਰ ਤੂੰ ਆਪਣੇ ਮਾਤਾ-ਪਿਤਾ ਦਾ ਇਕਲੌਤਾ ਪੁੱਤਰ ਹੈ, ਇਸ ਲਈ ਤੈਨੂੰ ਇੱਥੇ ਹੀ ਰਹਿਣਾ ਚਾਹੀਦਾ ਹੈ ਅਤੇ ਉਹਨਾਂ ਦੀ ਦੇਖਭਾਲ ਕਰਨੀ ਚਾਹੀਦੀ ਹੈ। ਤਾਂ ਸਰਵਨ ਨੇ ਕਿਹਾ, ਅੰਕਲ ਮੇਰੇ ਮਾਤਾ-ਪਿਤਾ ਨੇ ਆਪਣੀ ਜ਼ਿੰਦਗੀ ਬਹੁਤ ਸੰਘਰਸ਼ ਕਰਕੇ ਗੁਜ਼ਾਰੀ ਹੈ, ਇਸ ਲਈ ਮੈਂ ਵਿਦੇਸ਼ ਜਾ ਕੇ ਚੰਗਾ ਪੈਸਾ ਕਮਾਉਣਾ ਚਾਹੁੰਦਾ ਹਾਂ ਤਾਂ ਜੋ ਮੈਂ ਉਹਨਾਂ ਨੂੰ ਖੁਸ਼ਹਾਲ ਜ਼ਿੰਦਗੀ ਦੇ ਸਕਾਂ। ਇਕੱਠੇ ਬੈਠ ਕੇ ਚਾਹ ਨਾਸ਼ਤਾ ਕਰਨ ਤੋਂ ਬਾਅਦ ਨਿਤਿਨ ਉਸਨੂੰ ਆਪਣੇ ਘਰ ਦੇ ਗੈਸਟ ਰੂਮ ਵਿੱਚ ਲੈ ਗਿਆ। ਗੈਸਟ ਰੂਮ ਬਹੁਤ ਆਰਾਮਦਾਇਕ ਸੀ। ਕਾਫੀ ਦੇਰ ਤੱਕ ਦੋਵੇਂ ਦੋਸਤ ਬੈੱਡ ਤੇ ਪਏ ਗੱਲਾਂ ਕਰਦੇ ਰਹੇ। ਗੈਸਟ ਰੂਮ ਦੇ ਸਾਹਮਣੇ ਇੱਕ ਕਮਰਾ ਸੀ ਜਿੱਥੇ ਖੰਘਣ ਦੀ ਆਵਾਜ਼ ਆ ਰਹੀ ਸੀ। ਗੱਲਾਂ ਕਰਦੇ ਹੋਏ ਨਿਤਿਨ ਵੀ ਉਸ ਕਮਰੇ ਵਿੱਚ ਆ ਰਿਹਾ ਸੀ। ਥੋੜੀ ਦੇਰ ਬਾਅਦ ਜਦੋਂ ਨਿਤਿਨ ਘਰੋਂ ਗਿਆ ਤਾਂ ਸਰਵਨ ਨੇ ਉੱਠ ਕੇ ਉਸ ਕਮਰੇ ਵਿੱਚ ਦੇਖਿਆ ਤਾਂ ਉੱਥੇ ਇੱਕ ਬਜ਼ੁਰਗ ਦਾਦਾ ਜੀ ਉੱਚੀ-ਉੱਚੀ ਖੰਘ ਰਹੇ ਸਨ। ਸਰਵਨ ਉਹਨਾਂ ਦੇ ਨੇੜੇ ਗਿਆ, ਉਹਨਾਂ ਨੂੰ ਹੱਥ ਨਾਲ ਸਹਾਰਾ ਦੇ ਕੇ ਸਿੱਧਾ ਬਿਠਾਇਆ। ਉਸਨੇ ਕੁਝ ਦੇਰ ਉਹਨਾਂ ਦੀ ਕਮਰ ਤੇ ਹੱਥ ਫੇਰਿਆ ਤੇ ਪਾਣੀ ਦਾ ਗਿਲਾਸ ਭਰ ਕੇ ਉਹਨਾਂ ਨੂੰ ਦਿੱਤਾ। ਉਹਨਾਂ ਨੇ ਦੋਵੇਂ ਹੱਥਾਂ ਨਾਲ ਗਿਲਾਸ ਫੜ ਲਿਆ, ਫਿਰ 2-4 ਘੁੱਟ ਪਾਣੀ ਪੀ ਕੇ ਸਰਵਨ ਨੂੰ ਵਾਪਸ ਦੇ ਦਿੱਤਾ। ਹੁਣ ਉਹਨਾਂ ਦੀ ਖੰਘ ਵੀ ਬੰਦ ਹੋ ਗਈ ਸੀ। ਸਰਵਨ ਨੇ ਗਿਲਾਸ ਰੱਖ ਕੇ ਉਹਨਾਂ ਨੂੰ ਆਪਣੇ ਹੱਥ ਨਾਲ ਸਹਾਰਾ ਦੇ ਕੇ ਬੈੱਡ ਤੇ ਪਾ ਦਿੱਤਾ। ਬਜ਼ੁਰਗ ਜਿੱਥੇ ਰਾਹਤ ਮਹਿਸੂਸ ਕਰ ਰਿਹਾ ਸੀ, ਉੱਥੇ ਦੂਜੇ ਪਾਸੇ ਸਰਵਨ ਵੱਲ ਸਵਾਲੀਆ ਨਜ਼ਰ ਨਾਲ ਦੇਖ ਰਿਹਾ ਸੀ। ਸਰਵਨ ਨੇ ਝਟ ਸਮਝ ਲਿਆ ਅਤੇ ਕਿਹਾ ਕਿ ਮੈਂ ਨਿਤਿਨ ਦਾ ਦੋਸਤ ਹਾਂ ਅਤੇ ਅੱਜ ਹੀ ਦਿੱਲੀ ਆਇਆ ਹਾਂ। ਇਹ ਸੁਣ ਕੇ ਬੁੱਢੇ ਦਾਦੇ ਦੇ ਚਿਹਰੇ ਤੇ ਹਲਕੀ ਜਿਹੀ ਮੁਸਕਾਨ ਆ ਗਈ। ਉਸਨੇ ਉਸਨੂੰ ਅਸੀਸ ਦੇਣ ਲਈ ਆਪਣਾ ਹੱਥ ਉਠਾਇਆ ਅਤੇ ਆਪਣਾ ਕੰਮਦਾ ਹੱਥ ਉਸਦੇ ਸਿਰ ਤੇ ਰੱਖ ਦਿੱਤਾ। ਸਰਵਨ ਉਸਦੀ ਹਾਲਤ ਦੇਖ ਕੇ ਬਹੁਤ ਦੁਖੀ ਹੋ ਗਿਆ ਸੀ। ਸਰਵਨ ਕੁਝ ਦੇਰ ਉਸ ਕੋਲ ਪਈ ਕੁਰਸੀ ਤੇ ਬੈਠਾ ਰਿਹਾ। ਕੁਝ ਦੇਰ ਬਾਅਦ ਨਿਤਿਨ ਦੇ ਪਿਤਾ ਜੀ ਨੇ ਅੰਦਰ ਆ ਕੇ ਸਰਵਨ ਦਾ ਹਾਲ ਚਾਲ ਪੁੱਛਿਆ ਤੇ ਦਾਦਾ ਜੀ ਨੂੰ ਦਵਾਈ ਦਿੰਦੇ ਹੋਏ ਪੁੱਛਿਆ, ਕਿਵੇਂ ਹੋ ਪਿਤਾ ਜੀ? ਖੰਘ ਤੋਂ ਕੁਝ ਰਾਹਤ ਮਿਲੀ? ਤਾਂ ਬੁੱਢੇ ਦਾਦੇ ਨੇ ਹਾਂ ਸਿਰ ਹਿਲਾਇਆ। ਅਗਲੇ ਦਿਨ ਸਰਵਨ ਆਪਣੇ ਦੋਸਤ ਨਿਤਿਨ ਨਾਲ ਪਾਸਪੋਰਟ ਬਣਵਾਉਣ ਦੀਆਂ ਰਸਮਾਂ ਪੂਰੀਆਂ ਕਰਨ ਲਈ ਬਾਹਰ ਗਿਆ। ਦੁਪਹਿਰ ਨੂੰ ਦੋਹਾਂ ਨੇ ਰੈਸਟੋਰੈਂਟ 'ਚ ਖਾਣਾ ਖਾਧਾ ਅਤੇ ਫਿਰ ਜਦੋਂ ਉਹ ਘਰ ਵਾਪਸ ਆਏ ਤਾਂ ਦੇਖਿਆ ਕਿ ਨਿਤਿਨ ਦਾ ਪੂਰਾ ਪਰਿਵਾਰ ਦਾਦਾ ਜੀ ਦੇ ਕਮਰੇ 'ਚ ਮੌਜੂਦ ਸੀ। ਨਿਤਿਨ ਦੇ ਮਾਤਾ-ਪਿਤਾ ਨੇੜੇ ਹੀ ਮੰਜੇ ਤੇ ਬੈਠੇ ਸਨ। ਭਾਬੀ ਉਸਨੂੰ ਫਲ ਕੱਟ ਕੇ ਖਵਾ ਰਹੀ ਸੀ ਤੇ ਭਰਾ ਉਸ ਦੀਆਂ ਲੱਤਾਂ ਦਬਾ ਰਿਹਾ ਸੀ। ਘਰ ਪਹੁੰਚਦੇ ਹੀ ਨਿਤਿਨ ਵੀ ਉਸ ਦਾ ਹਾਲ ਚਾਲ ਪੁੱਛਣ ਚਲਾ ਗਿਆ। ਆਪਣੇ ਦੋਸਤ ਦੇ ਪੂਰੇ ਪਰਿਵਾਰ ਦੇ ਪਿਆਰ ਤੇ ਸਨੇਹ ਨੂੰ ਦੇਖ ਕੇ ਉਹ ਬਹੁਤ ਪ੍ਰਭਾਵਿਤ ਹੋਇਆ। ਉਹ ਮਾਣ ਮਹਿਸੂਸ ਕਰ ਰਿਹਾ ਸੀ ਕਿ ਉਸਨੂੰ ਅਜਿਹੇ ਚੰਗੇ ਲੋਕਾਂ ਵਿੱਚ ਰਹਿਣ ਦਾ ਸੁਭਾਗ ਮਿਲਿਆ ਹੈ। ਇਸ ਦੇ ਨਾਲ ਹੀ ਉਹ ਇਹ ਦੇਖ ਕੇ ਹੈਰਾਨ ਸੀ ਕਿ ਅੱਜ ਦੇ ਪਰਿਵਾਰਾਂ ਵਿੱਚ ਵੀ ਇੰਨੀ ਏਕਤਾ ਦੇਖਣ ਨੂੰ ਮਿਲਦੀ ਹੈ। ਸਰਵਨ ਵੀ ਕੁਝ ਸਮਾਂ
ਕੱਢ ਕੇ ਆਪਣੇ ਬੁੱਢੇ ਦਾਦੇ ਅਤੇ ਆਪਣੇ ਪਰਿਵਾਰ ਨਾਲ ਬੈਠ ਜਾਂਦਾ ਸੀ ਅਤੇ ਆਪਣੇ ਦਾਦੇ ਦੀ ਮਦਦ ਕਰਦਾ ਸੀ, ਜਿਵੇਂ ਉਸਨੂੰ ਪਾਣੀ ਪਿਲਾਉਣਾ ਜਾਂ ਬੈਠਣ ਵਿੱਚ ਮਦਦ ਕਰਨਾ। 2-3 ਦਿਨਾਂ ਵਿੱਚ ਹੀ ਸਰਵਨ ਨੂੰ ਬੁੱਢੇ ਦਾਦੇ ਨਾਲ ਬਹੁਤ ਲਗਾਅ ਹੋ ਗਿਆ ਸੀ ਅਤੇ ਦਾਦੇ ਦਾ ਚਿਹਰਾ ਵੀ ਉਸਨੂੰ ਦੇਖ ਕੇ ਖਿੜ ਜਾਂਦਾ ਸੀ। ਸਰਵਨ ਨੂੰ ਆਪਣੇ ਦੋਸਤ ਦੇ ਘਰ ਆਏ ਨੂੰ 3 ਦਿਨ ਹੋ ਗਏ ਸਨ। ਅੱਜ ਸਵੇਰੇ ਜਦੋਂ ਸਰਵਨ ਜਾਗਿਆ ਤਾਂ ਉਸਨੇ ਦੇਖਿਆ ਕਿ ਬੁੱਢੇ ਦਾਦਾ ਜੀ ਦੇ ਕਮਰੇ ਵਿੱਚ ਕਈ ਲੋਕ ਖੜੇ ਸਨ, ਤਾਂ ਉਹ ਵੀ ਉਹਨਾਂ ਦੇ ਕਮਰੇ ਵਿੱਚ ਪਹੁੰਚ ਗਿਆ। ਪਰਿਵਾਰ ਦੇ ਸਾਰੇ ਮੈਂਬਰਾਂ ਦੇ ਨਾਲ-ਨਾਲ ਉੱਥੇ ਡਾਕਟਰ ਵੀ ਮੌਜੂਦ ਸੀ। ਡਾਕਟਰ ਸਾਹਿਬ ਦਾਦਾ ਜੀ ਦੀ ਸਿਹਤ ਦੀ ਜਾਂਚ ਕਰ ਰਿਹਾ ਸੀ। ਅੱਜ ਦਾਦਾ ਜੀ ਦੀ ਤਬੀਅਤ ਬਹੁਤ ਖਰਾਬ ਸੀ ਅਤੇ ਉਹਨਾਂ ਨੂੰ ਸਾਹ ਲੈਣ ਵਿੱਚ ਤਕਲੀਫ ਹੋ ਰਹੀ ਸੀ। ਪੁੱਛਣ ਤੇ ਪਤਾ ਲੱਗਾ ਕਿ ਉਹਨਾਂ ਨੇ ਕੱਲ ਸ਼ਾਮ ਤੋਂ ਖਾਣਾ ਵੀ ਨਹੀਂ ਖਾਧਾ ਸੀ। ਪਰਿਵਾਰ ਵਿੱਚ ਹਰ ਕੋਈ ਉਦਾਸ ਅਤੇ ਚੁੱਪ ਖੜਾ ਸੀ। ਦਾਦਾ ਜੀ ਕੁਝ ਕਹਿਣ ਦੀ ਹਾਲਤ ਵਿੱਚ ਨਹੀਂ ਸਨ, ਪਰ ਉਹਨਾਂ ਦੀਆਂ ਅੱਖਾਂ ਵਿੱਚ ਸਾਰਿਆਂ ਲਈ ਪਿਆਰ ਸਾਫ਼ ਝਲਕ ਰਿਹਾ ਸੀ। ਪਰ ਅਜਿਹੀ ਸਥਿਤੀ ਵਿੱਚ ਵੀ ਝੋੜੀਆਂ ਨਾਲ ਭਰੇ ਉਹਨਾਂ ਦੇ ਚਿਹਰੇ ਤੇ ਸੰਤੁਸ਼ਟੀ ਦੀ ਭਾਵਨਾ ਸੀ। ਐਨੇ 'ਚ ਨਿਤਿਨ ਦਾ ਪਿਤਾ ਆ ਕੇ ਉਹਨਾਂ ਕੋਲ ਬੈਠ ਗਿਆ ਅਤੇ ਹੰਝੂ ਭਰੀਆਂ ਅੱਖਾਂ ਨਾਲ ਉਹਨਾਂ ਨੂੰ ਪੁੱਛਣ ਲੱਗਿਆ ਕਿ ਪਿਤਾ ਜੀ, ਮੈਂ ਅਮਿਤ ਨੂੰ ਫੋਨ ਕਰਾਂ। ਇਹ ਸੁਣ ਕੇ ਦਾਦਾ ਜੀ ਨੇ ਉਸ ਵੱਲ ਬੇਵਸ ਨਜ਼ਰਾਂ ਨਾਲ ਦੇਖਿਆ। ਉਹਨਾਂ ਦੀਆਂ ਅੱਖਾਂ ਪਾਣੀ ਨਾਲ ਭਰ ਗਈਆਂ ਅਤੇ ਚਿਹਰੇ ਤੇ ਸੰਤੁਸ਼ਟੀ ਕਿਧਰੇ ਗਾਇਬ ਹੋ ਗਈ। ਇਸ ਤੋਂ ਬਾਅਦ ਉਹ ਕੁਝ ਦੇਰ ਕਮਰੇ ਦੀ ਛੱਤ ਵੱਲ ਦੇਖਦੇ ਰਹੇ, ਫਿਰ ਆਪਣੀਆਂ ਹੰਝੂਆਂ ਨਾਲ ਭਰੀਆਂ ਅੱਖਾਂ ਬੰਦ ਕੀਤੀਆਂ ਤਾਂ ਉਹਨਾਂ ਦਾ ਸਿਰਹਾਣਾ ਭਿੱਜ ਗਿਆ। ਸਾਰਾ ਦਿਨ ਘਰ ਵਿੱਚ ਹਰ ਕੋਈ ਉਹਨਾਂ ਦੀ ਸੇਵਾ ਵਿੱਚ ਰੁੱਝਿਆ ਰਿਹਾ, ਪਰ ਸਰਵਨ ਨੂੰ ਲਗਾਤਾਰ ਇਹ ਹੀ ਵਿਚਾਰ ਆ ਰਿਹਾ ਸੀ ਕਿ ਆਖਰ ਇਹ ਅਮਿਤ ਕੌਣ ਹੈ ਜਿਸ ਬਾਰੇ ਨਿਤਿਨ ਦੇ ਪਿਤਾ ਜੀ ਗੱਲ ਕਰ ਰਹੇ ਸਨ। ਇਹ ਸਵਾਲ ਉਸਨੂੰ ਪਰੇਸ਼ਾਨ ਕਰ ਰਿਹਾ ਸੀ। ਅਮਿਤ ਦਾ ਨਾਂ ਸੁਣ ਕੇ ਦਾਦਾ ਜੀ ਇੰਨੇ ਭਾਵੁਕ ਕਿਉਂ ਹੋ ਗਏ? ਉਹਨਾਂ ਦੀਆਂ ਅੱਖਾਂ ਵਿੱਚੋਂ ਹੰਝੂ ਵਹਿਣ ਲੱਗੇ, ਪਰ ਉਹ ਫਿਰ ਵੀ ਉਸ ਨੂੰ ਮਿਲਣਾ ਨਹੀਂ ਚਾਹੁੰਦੇ ਸਨ। ਉਸ ਸਮੇਂ ਸਰਵਨ ਨੇ ਇਹ ਸਵਾਲ ਕਿਸੇ ਤੋਂ ਪੁੱਛਣਾ ਮੁਨਾਸਿਬ ਨਹੀਂ ਸਮਝਿਆ। ਸ਼ਾਮ ਨੂੰ ਜਦੋਂ ਨਿਤਿਨ ਉਸ ਨੂੰ ਮਿਲਿਆ ਤਾਂ ਉਹ ਆਪਣੇ ਆਪ ਤੇ ਕਾਬੂ ਨਾ ਰੱਖ ਸਕਿਆ ਤੇ ਨਿਤਿਨ ਤੋਂ ਇਸ ਸਵਾਲ ਦਾ ਜਵਾਬ ਜਾਣਨਾ ਚਾਹਿਆ। ਤਾਂ ਨਿਤਿਨ ਨੇ ਉਸ ਨੂੰ ਦੱਸਿਆ ਕਿ ਅਮਿਤ ਦਾਦਾ ਜੀ ਦਾ ਇਕਲੌਤਾ ਪੁੱਤਰ ਹੈ। ਇਹ ਸੁਣ ਕੇ ਸਰਵਨ ਹੈਰਾਨ ਰਹਿ ਗਿਆ ਤੇ ਫਿਰ ਉਸਨੇ ਬੇਚੈਨ ਅਤੇ ਉਤਸੁਕ ਆਵਾਜ਼ ਵਿੱਚ ਪੁੱਛਿਆ ਕਿ ਜੇਕਰ ਉਹ ਉਹਨਾਂ ਦਾ ਇਕਲੌਤਾ ਪੁੱਤਰ ਹੈ ਤਾਂ ਅੰਕਲ ਇਹਨਾਂ ਦੇ ਕੀ ਲੱਗਦੇ ਹਨ? ਫਿਰ ਨਿਤਿਨ ਨੇ ਦੱਸਿਆ ਕਿ ਸਾਡਾ ਉਹਨਾਂ ਨਾਲ ਸਿਰਫ ਇਨਸਾਨੀਅਤ ਦਾ ਰਿਸ਼ਤਾ ਹੈ, ਪਰ ਕੁਝ ਨਾ ਹੋਣ ਦੇ ਬਾਵਜੂਦ ਉਹ ਸਾਡੇ ਲਈ ਬਹੁਤ ਖਾਸ ਹਨ। ਉਹ ਮੇਰੇ ਪਿਤਾ ਦੇ ਅਧਿਆਪਕ ਸਨ ਅਤੇ ਆਪਣੇ ਸਮੇਂ ਦੇ ਸਭ ਤੋਂ ਵਧੀਆ ਅਧਿਆਪਕ ਵਜੋਂ ਮਸ਼ਹੂਰ ਸਨ। ਮੇਰੇ ਪਿਤਾ ਦਾ ਮੰਨਣਾ ਹੈ ਕਿ ਅੱਜ ਉਹ ਜੋ ਵੀ ਹਨ ਉਹਨਾਂ ਦੀ ਬਦੌਲਤ ਹੀ ਹਨ। ਮੇਰੇ ਪਿਤਾ ਕੋਲ ਆਪਣੀ ਪੜ੍ਹਾਈ ਦੀ ਫੀਸ ਭਰਨ ਲਈ ਵੀ ਪੈਸੇ ਨਹੀਂ ਸਨ, ਪਰ ਉਹਨਾਂ ਨੇ ਬਿਨਾਂ ਕੁਝ ਲਏ ਉਹਨਾਂ ਨੂੰ ਨਾ ਸਿਰਫ ਪੜ੍ਹਾਇਆ ਸਗੋਂ ਉਹਨਾਂ ਦੀ ਪੜ੍ਹਾਈ ਵਿੱਚ ਰੁਚੀ ਵੀ ਜਗਾਈ। ਦੋਹਾਂ ਦੋਸਤਾਂ ਦੀ ਗੱਲਬਾਤ ਸੁਣ ਕੇ ਨਿਤਿਨ ਦੇ ਪਿਤਾ ਵੀ ਕਮਰੇ ਵਿੱਚ ਆ ਗਏ ਅਤੇ ਸਰਵਨ ਨੂੰ ਕਿਹਾ, ਸਰਵਨ ਪੁੱਤਰ, ਇਹ ਦੁਨੀਆ ਬਹੁਤ ਮਾੜੀ ਹੈ। ਇੱਥੇ ਸਾਰੇ ਰਿਸ਼ਤੇ ਮਤਲਬ ਦੇ ਰਹਿ ਗਏ ਹਨ। ਜਦੋਂ ਤੱਕ ਮਤਲਬ ਹੈ ਵਿਅਕਤੀ ਦੀ ਅਹਿਮੀਅਤ ਹੈ, ਜਦੋਂ ਮਤਲਬ ਖਤਮ ਤਾਂ ਰਿਸ਼ਤੇ ਵੀ ਖਤਮ। ਹੈਰਾਨੀ ਦੀ ਗੱਲ ਇਹ ਹੈ ਕਿ ਇਹਨਾਂ ਨੂੰ ਇਹਨਾਂ ਦੇ ਬੇਟੇ ਨੇ ਹੀ ਛੱਡ ਦਿੱਤਾ। ਉਹ ਔਲਾਦ ਜਿਸ ਨੂੰ ਪਾਲ ਪੋਸ ਕੇ ਵੱਡਾ ਕਰਕੇ ਕਾਮਯਾਬ ਬਣਾਉਣ ਲਈ ਉਹਨਾਂ ਨੇ ਆਪਣਾ ਸਭ ਕੁਝ ਕੁਰਬਾਨ ਕਰ ਦਿੱਤਾ ਤੇ ਉਸ ਨੂੰ ਇਹਨਾਂ ਨੇ ਇੰਨਾ ਕੁ ਪੜ੍ਹਾਇਆ ਕਿ ਉਹ ਅਮਰੀਕਾ 'ਚ ਅੱਜ ਇੱਕ ਬਹੁਤ ਵੱਡੀ ਕੰਪਨੀ ਵਿੱਚ ਉੱਚੇ ਅਹੁਦੇ ਤੇ ਕੰਮ ਕਰ ਰਿਹਾ ਹੈ। ਪਰ ਪਿੱਛੇ ਰਹਿ ਗਏ ਉਸਦੇ ਬੁੱਢੇ ਮਾਪੇ। ਉੱਥੇ ਜਾ ਕੇ ਉਸਨੇ ਅਮਰੀਕਾ ਦੀ ਕੁੜੀ ਨਾਲ ਵਿਆਹ ਕੀਤਾ ਅਤੇ ਉੱਥੇ ਸੈਟਲ ਹੋਣ ਤੋਂ ਬਾਅਦ ਉਹ ਅਮਰੀਕਨ ਬਣ ਗਿਆ। ਉਹ ਪਹਿਲਾਂ ਹੀ ਆਪਣਾ ਜੱਦੀ ਘਰ ਵੇਚ ਕੇ ਆਪਣੇ ਮਾਤਾ ਪਿਤਾ ਨੂੰ ਕਿਰਾਏ ਦੇ ਮਕਾਨ ਵਿੱਚ ਛੱਡ ਗਿਆ ਸੀ। ਉਸਦੀ ਮਾਂ ਇਹ ਸਦਮਾ ਜ਼ਿਆਦਾ ਦੇਰ ਬਰਦਾਸ਼ਤ ਨਾ ਕਰ ਸਕੀ। 3 ਸਾਲ ਪਹਿਲਾਂ ਉਹ ਵੀ ਮਰ ਗਈ। ਉਸਦੀ ਮੌਤ ਤੋਂ ਬਾਅਦ ਉਸਨੇ ਸੋਚਿਆ ਕਿ ਹੁਣ ਉਸਦਾ ਪੁੱਤਰ ਉਸ ਕੋਲ ਆ ਕੇ ਉਸ ਨੂੰ ਆਪਣੇ ਨਾਲ ਲੈ ਜਾਵੇਗਾ, ਪਰ ਅਜਿਹਾ ਕੁਝ ਨਹੀਂ ਹੋਇਆ। ਪਤਨੀ ਦੀ ਮੌਤ ਤੋਂ ਬਾਅਦ ਉਹ ਇਕੱਲਾ ਰਹਿ ਗਿਆ। ਬੇਟਾ,
ਨੂੰਹ ਅਤੇ ਪੋਤੇ ਪੋਤੀਆਂ ਸਾਰੇ ਅਮਰੀਕਾ ਵਿੱਚ ਖੁਸ਼ੀ ਨਾਲ ਆਪਣੀ ਜ਼ਿੰਦਗੀ ਬਤੀਤ ਕਰ ਰਹੇ ਹਨ। ਇੱਕ ਦਿਨ ਉਹ ਪਾਸਪੋਰਟ ਦਫ਼ਤਰ ਵਿੱਚ ਮੇਰੇ ਕੋਲ ਆਏ ਤੇ ਮੇਰੇ ਪੈਰਾਂ 'ਚ ਡਿੱਗ ਕੇ ਮੈਨੂੰ ਬੇਨਤੀ ਕਰਨ ਲੱਗੇ ਕਿ ਉਹਨਾਂ ਦਾ ਪਾਸਪੋਰਟ ਬਣਵਾ ਦੇਵੇ ਤਾਂ ਕਿ ਉਹ ਆਪਣੇ ਪੁੱਤਰ ਕੋਲ ਵਿਦੇਸ਼ ਜਾ ਸਕੇ। ਆਪਣੇ ਸਤਿਕਾਰਯੋਗ ਅਧਿਆਪਕ ਨੂੰ ਆਪਣੇ ਪੈਰਾਂ ਵਿੱਚ ਦੇਖ ਕੇ ਜੋ ਮੇਰੀ ਹਾਲਤ ਹੋਈ ਸੀ ਮੈਂ ਉਸ ਨੂੰ ਬਿਆਨ ਨਹੀਂ ਕਰ ਸਕਦਾ। ਮੈਂ ਉਹਨਾਂ ਨੂੰ ਉਠਾ ਕੇ ਆਪਣੇ ਕੋਲ ਬਿਠਾਇਆ, ਉਹਨਾਂ ਨੂੰ ਚਾਹ ਤੇ ਨਾਸ਼ਤਾ ਦਿੱਤਾ ਅਤੇ ਉਹਨਾਂ ਦੇ ਪੁੱਤਰ ਨੂੰ ਫੋਨ ਮਿਲਾਇਆ। ਅਮਿਤ ਨੇ ਫੋਨ ਤਾਂ ਚੁੱਕਿਆ ਪਰ ਇਹ ਕਹਿ ਕੇ ਟਾਲ ਦਿੱਤਾ ਕਿ ਕੁਝ ਸਮੇਂ ਬਾਅਦ ਆ ਕੇ ਉਹ ਪਿਤਾ ਜੀ ਨੂੰ ਲੈ ਜਾਵੇਗਾ ਅਤੇ ਉਹ ਸਮਾਂ ਅੱਜ ਤੱਕ ਨਹੀਂ ਆਇਆ। ਉਸ ਤੋਂ ਬਾਅਦ ਮੈਂ ਉਹਨਾਂ ਨੂੰ ਇਕੱਲਾ ਨਹੀਂ ਛੱਡਿਆ ਅਤੇ ਇਸ ਘਰ ਲੈ ਆਇਆ। ਮੈਨੂੰ ਪਿਤਾ ਸਮਾਨ ਆਪਣੇ ਗੁਰੂ ਦਾ ਆਸ਼ੀਰਵਾਦ ਮਿਲ ਗਿਆ, ਬੱਚਿਆਂ ਨੂੰ ਦਾਦਾ ਜੀ ਦਾ ਪਿਆਰ ਵੀ ਮਿਲ ਗਿਆ ਅਤੇ ਉਹਨਾਂ ਨੂੰ ਵੀ ਪਰਿਵਾਰ ਮਿਲ ਗਿਆ। ਉਦੋਂ ਤੋਂ ਮੈਂ ਉਹਨਾਂ ਨੂੰ ਪਿਤਾ ਜੀ ਕਹਿ ਕੇ ਬੁਲਾਉਂਦਾ ਹਾਂ। ਉਹਨਾਂ ਦੀਆਂ ਗੱਲਾਂ ਸੁਣ ਕੇ ਸਰਵਨ ਹੈਰਾਨ ਰਹਿ ਗਿਆ। ਉਹ ਸੋਚਣ ਲੱਗਾ ਕਿ ਇਹ ਲੋਕ ਕਿੰਨੇ ਚੰਗੇ ਹਨ ਜੋ ਇਨਸਾਨੀਅਤ ਦਾ ਫਰਜ਼ ਨਿਭਾਉਂਦੇ ਹੋਏ ਸਾਰੀਆਂ ਹੱਦਾਂ ਪਾਰ ਕਰਕੇ। ਕਾਸ਼ ਰੱਬ ਹਰ ਮਾਂ-ਬਾਪ ਨੂੰ ਅਜਿਹੀ ਔਲਾਦ ਦੇਵੇ ਤਾਂ ਸਾਰੀ ਧਰਤੀ ਸਵਰਗ ਬਣ ਜਾਵੇ। ਇੱਕ ਪਾਸੇ ਨਿਤਿਨ ਅਤੇ ਉਸਦੇ ਪਰਿਵਾਰ ਦਾ ਆਪਣੇ ਬਜ਼ੁਰਗ ਦਾਦਾ ਜੀ ਲਈ ਪਿਆਰ ਦੇਖ ਕੇ ਉਸ ਨੂੰ ਸੰਤੁਸ਼ਟੀ ਦਾ ਅਹਿਸਾਸ ਹੋਇਆ, ਪਰ ਦੂਜੇ ਪਾਸੇ ਦੁਨੀਆ ਦੇ ਨਿਰਦਈ ਰੂਪ ਨੂੰ ਦੇਖ ਕੇ ਉਸਦਾ ਦਿਲ ਬਹੁਤ ਦੁਖੀ ਸੀ। ਅਜੇ ਉਹ ਗੱਲਾਂ ਕਰ ਹੀ ਰਹੇ ਸਨ ਕਿ ਦਾਦਾ ਜੀ ਦੇ ਕਮਰੇ ਵਿੱਚੋਂ ਰੋਣ ਦੀਆਂ ਆਵਾਜ਼ਾਂ ਆਉਣ ਲੱਗੀਆਂ। ਇਹ ਸੁਣ ਕੇ ਕਿਸੇ ਅਣਹੋਣੀ ਦੇ ਡਰੋਂ ਨਿਤਿਨ ਅਤੇ ਉਸਦਾ ਪਿਤਾ ਕਮਰੇ ਵੱਲ ਭੱਜੇ। ਜਦੋਂ ਕਿ ਸਰਵਨ ਸੁੰਨ ਹੋ ਗਿਆ ਸੀ, ਫਿਰ ਉਹ ਆਪਣੇ ਆਪ ਨੂੰ ਸੰਭਾਲਦਾ ਹੋਇਆ ਉੱਠਿਆ ਅਤੇ ਦਾਦਾ ਜੀ ਦੇ ਕਮਰੇ ਵਿੱਚ ਗਿਆ ਤਾਂ ਉਸਨੇ ਦੇਖਿਆ ਕਿ ਦਾਦਾ ਜੀ ਨੂੰ ਸਾਹ ਲੈਣ ਵਿੱਚ ਬਹੁਤ ਮੁਸ਼ਕਲ ਹੋ ਰਹੀ ਸੀ। ਉਹਨਾਂ ਦੀਆਂ ਅੱਖਾਂ ਖੁੱਲੀਆਂ ਦੀਆਂ ਖੁੱਲੀਆਂ ਸਨ ਅਤੇ ਅੰਕਲ ਉਹਨਾਂ ਦੇ ਹੱਥਾਂ ਨੂੰ ਆਪਣੇ ਹੱਥਾਂ ਨਾਲ ਫੜ ਕੇ ਉਹਨਾਂ ਵੱਲ ਚਿੰਤਾ ਭਰੀਆਂ ਨਜ਼ਰਾਂ ਨਾਲ ਦੇਖ ਰਹੇ ਸਨ। ਉਦੋਂ ਤੱਕ ਪਰਿਵਾਰ ਦੇ ਬਾਕੀ ਮੈਂਬਰ ਵੀ ਉਹਨਾਂ ਦੇ ਕਮਰੇ 'ਚ ਪਹੁੰਚ ਚੁੱਕੇ ਸਨ। ਨਿਤਿਨ ਦਾ ਭਰਾ ਉਹਨਾਂ ਦੇ ਪੈਰਾਂ ਨੂੰ ਘੁੱਟ ਰਿਹਾ ਸੀ ਅਤੇ ਆਂਟੀ ਉਹਨਾਂ ਦੇ ਮੂੰਹ ਨੂੰ ਗੰਗਾ ਜਲ ਦੀਆਂ ਬੂੰਦਾਂ ਪਾਉਣ ਲੱਗੀ। ਉਹ ਚਾਹੁੰਦੇ ਹੋਏ ਵੀ ਆਪਣੀਆਂ ਅੱਖਾਂ ਖੋਲ੍ਹ ਨਹੀਂ ਪਾ ਰਹੇ ਸਨ। ਉਹਨਾਂ ਨੇ ਬਹੁਤ ਮੁਸ਼ਕਲ ਨਾਲ ਆਪਣੇ ਦੋਵੇਂ ਹੱਥ ਜੋੜ ਕੇ ਕਮਰੇ ਵਿੱਚ ਮੌਜੂਦ ਸਾਰੇ ਲੋਕਾਂ ਵੱਲ ਦੇਖਿਆ ਤੇ ਅਚਾਨਕ ਉਹਨਾਂ ਦੇ ਹੱਥ ਢਿੱਲੇ ਹੋ ਗਏ ਅਤੇ ਧੌਣ ਇੱਕ ਪਾਸੇ ਲੁੜਕ ਗਈ। ਆਪਣੇ ਸਾਰੇ ਸਰੀਰਕ ਅਤੇ ਮਾਨਸਿਕ ਦੁੱਖਾਂ ਤੋਂ ਮੁਕਤ ਹੋ ਕੇ ਉਹ ਇਸ ਜ਼ਾਲਮ ਸੰਸਾਰ ਤੋਂ ਜਾ ਚੁੱਕੇ ਸਨ। ਉਹਨਾਂ ਦੀ ਮ੍ਰਿਤਕ ਦੇਹ ਨੂੰ ਅੰਤਿਮ ਵਿਦਾਈ ਦੇਣ ਦੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਅਤੇ ਉਹਨਾਂ ਦੀ ਮ੍ਰਿਤਕ ਦੇਹ ਸਜਾ ਕੇ ਸ਼ਮਸ਼ਾਨ ਘਾਟ ਲਿਜਾਇਆ ਗਿਆ ਤਾਂ ਪੂਰਾ ਸ਼ਮਸ਼ਾਨ ਘਾਟ ਲੋਕਾਂ ਦੀ ਭੀੜ ਨਾਲ ਭਰ ਗਿਆ। ਪਰ ਹੈਰਾਨੀ ਦੀ ਗੱਲ ਇਹ ਸੀ ਕਿ ਇਸ ਭੀੜ ਵਿੱਚ ਇੱਕ ਵੀ ਅਜਿਹਾ ਵਿਅਕਤੀ ਨਹੀਂ ਸੀ ਜਿਸ ਨਾਲ ਉਹਨਾਂ ਦਾ ਕੋਈ ਖੂਨ ਦਾ ਰਿਸ਼ਤਾ ਹੋਵੇ। ਉਹ ਸਾਰੇ ਲੋਕ ਇਨਸਾਨੀਅਤ ਖਾਤਰ ਹੀ ਉਹਨਾਂ ਨੂੰ ਅੰਤਿਮ ਵਿਦਾਈ ਦੇਣ ਆਏ ਸਨ ਅਤੇ ਸਭ ਤੋਂ ਵੱਡੀ ਦੁੱਖ ਦੀ ਗੱਲ ਇਹ ਸੀ ਕਿ ਜਿਨ੍ਹਾਂ ਲੋਕਾਂ ਨਾਲ ਉਹਨਾਂ ਦਾ ਖੂਨ ਦਾ ਰਿਸ਼ਤਾ ਸੀ ਉਹਨਾਂ ਨੂੰ ਤਾਂ ਪਤਾ ਵੀ ਨਹੀਂ ਸੀ ਕਿ ਅੱਜ ਉਹਨਾਂ ਦਾ ਕੋਈ ਆਪਣਾ ਜੋ ਉਹਨਾਂ ਨੂੰ ਆਪਣੀ ਜਾਨ ਤੋਂ ਵੱਧ ਪਿਆਰਾ ਕਰਦਾ ਸੀ ਇਸ ਸੰਸਾਰ ਤੋਂ ਚਲਾ ਗਿਆ ਹੈ। ਜੇਕਰ ਖਬਰ ਹੁੰਦੀ ਤਾਂ ਵੀ ਸ਼ਾਇਦ ਉਹਨਾਂ ਨੂੰ ਕੋਈ ਫਰਕ ਨਾ ਪੈਂਦਾ, ਕਿਉਂਕਿ ਜੇਕਰ ਫਰਕ ਪੈਂਦਾ ਹੀ ਹੁੰਦਾ ਤਾਂ ਕਿ ਅੱਜ ਉਹ ਇਸ ਹਾਲਤ 'ਚ ਇਸ ਦੁਨੀਆ ਤੋਂ ਜਾਂਦੇ। ਅੱਜ ਨਿਤਿਨ ਅਤੇ ਉਸਦੇ ਪੂਰੇ ਪਰਿਵਾਰ ਦੇ ਨਾਲ ਸਰਵਨ ਵੀ ਇਸ ਮ੍ਰਿਤਕ ਬਜ਼ੁਰਗ ਦੀ ਹੋਣੀ ਤੇ ਹੰਝੂ ਵਹਾ ਰਿਹਾ ਸੀ। ਉਸਦੇ ਦੁੱਖ ਦੀ ਕੋਈ ਹੱਦ ਨਹੀਂ ਸੀ। ਦਿਲ ਦੇ ਕਿਸੇ ਕੋਨੇ ਵਿੱਚ ਦੱਬਿਆ ਉਸ ਦੀਆਂ ਕੋਮਲ ਭਾਵਨਾਵਾਂ ਅਚਾਨਕ ਉਸਦੇ ਪੱਥਰ ਹੋ ਚੁੱਕੇ ਦਿਲ ਨੂੰ ਪਿਘਲਾਉਣ ਲੱਗੀਆਂ ਸਨ। ਚਿਤਾ ਤੇ ਪਏ ਬਜ਼ੁਰਗ ਦਾਦੇ ਦੇ ਚਿਹਰੇ 'ਚੋਂ ਉਸਨੂੰ ਆਪਣੇ ਪਿਤਾ ਦਾ ਚਿਹਰਾ ਦਿਸਣ ਲੱਗਿਆ ਅਤੇ ਉਸ ਚਿਹਰਾ ਦਿਸਦੇ ਹੀ ਉਹ ਫੁੱਟ ਕੇ ਰੋਣ ਲੱਗਿਆ। ਉਸਨੂੰ ਅਹਿਸਾਸ ਹੋ ਗਿਆ ਸੀ ਕਿ ਉਸਦੇ ਵਿਦੇਸ਼ ਜਾਣ ਦੀ ਗੱਲ ਸੁਣ ਕੇ ਉਸਦੇ ਮਾਪੇ ਪੱਥਰ ਵਾਂਗ ਕਿਉਂ ਹੋ ਗਏ ਸਨ, ਕਿਉਂ ਉਹ ਉਸਦੇ ਸਾਹਮਣੇ ਕਿਉਂ ਤਰਲੇ ਕੱਢ ਰਹੇ ਸਨ ਤੇ ਹੱਥ ਜੋੜ ਕੇ ਵਿਦੇਸ਼ ਨਾ ਜਾਣ ਦੀ ਫਰਿਆਦ ਕਰ ਰਹੇ ਸਨ। ਸਾਰੀਆਂ ਰਸਮਾਂ ਪੂਰੀਆਂ ਹੋਣ ਲੱਗੀਆਂ ਸਨ ਅਤੇ ਚਿਤਾ ਨੂੰ ਅਗਨੀ ਦਿਨ ਬਾਕੀ ਸੀ ਤੇ ਇਹ ਕੰਮ ਨਿਤਿਨ ਦੇ ਪਿਤਾ ਜੀ ਦੁਆਰਾ ਕੀਤਾ ਗਿਆ। ਚਿਤਾ ਦੀ ਬਲਦੀ ਅੱਗ ਵਿੱਚ ਉਸ ਨੂੰ ਆਪਣਾ ਬਚਪਨ ਕਿਸੇ ਫਿਲਮ ਵਾਂਗ ਨਜ਼ਰ ਆ ਰਿਹਾ ਸੀ। ਦਾਦਾ ਜੀ ਦੀ ਅੰਤਿਮ ਵਿਦਾਈ ਦੇ ਨਾਲ ਸਰਵਨ ਵੀ ਆਪਣੇ ਮਾਪਿਆਂ ਪ੍ਰਤੀ ਆਪਣੀ ਕੜਵਾਹਟ ਨੂੰ ਅੰਤਿਮ ਵਿਦਾਈ ਦੇ ਰਿਹਾ ਸੀ। ਉਸਦੇ ਦਿਲ 'ਚ ਆਪਣੇ ਮਾਤਾ ਪਿਤਾ ਲਈ ਪਿਆਰ ਦੀਆਂ ਨਵੀਆਂ ਕੁਰੰਬਲਾਂ
ਫੁੱਟਣ ਲੱਗੀਆਂ। ਉਸੇ ਸਮੇਂ ਉਸਦੇ ਮੋਬਾਈਲ ਦੀ ਘੰਟੀ ਵੱਜੀ। ਉਸਨੇ ਦੇਖਿਆ ਤਾਂ ਉਸਦੇ ਪਿਤਾ ਜੀ ਦਾ ਫੋਨ ਸੀ। ਆਪਣੇ ਆਪ ਨੂੰ ਸੰਭਾਲਦੇ ਹੋਏ ਉਸਨੇ ਕੰਧੇ ਹੱਥਾਂ ਨਾਲ ਫੋਨ ਚੁੱਕਿਆ ਤਾਂ ਦੂਜੇ ਪਾਸਿਓਂ ਉਸਦੇ ਪਿਤਾ ਦੀ ਤਰਸ ਅਤੇ ਦਰਦ ਭਰੀ ਆਵਾਜ਼ ਆਈ, ਬੇਟਾ ਤੇਰਾ ਨਿਯੁਕਤੀ ਪੱਤਰ ਆ ਗਿਆ ਹੈ। ਸਿਰਫ ਇਹ ਸ਼ਬਦ ਸੁਣਨ ਦੀ ਦੇਰ ਸੀ ਕਿ ਸਰਵਨ ਦੀਆਂ ਅੱਖਾਂ ਵਿੱਚੋਂ ਹੰਝੂ ਵਗਣ ਲੱਗੇ। ਪਿਤਾ ਜੀ, ਉਹ ਸਿਰਫ ਇੰਨਾ ਹੀ ਕਹਿ ਸਕਿਆ ਅਤੇ ਫੋਨ ਰੱਖ ਦਿੱਤਾ। ਉਸ ਤੋਂ ਠੀਕ 2 ਘੰਟੇ ਬਾਅਦ ਉਹ ਰੇਲਵੇ ਸਟੇਸ਼ਨ ਪਹੁੰਚ ਗਿਆ। ਉਸ ਦਾ ਦੋਸਤ ਨਿਤਿਨ ਉਸ ਨੂੰ ਛੱਡਣ ਆਇਆ ਸੀ। ਸਰਵਨ ਨੇ ਉਸ ਨੂੰ ਜੱਫੀ ਪਾ ਕੇ ਉਸ ਦਾ ਧੰਨਵਾਦ ਕੀਤਾ ਤੇ ਕਿਹਾ ਕਿ ਉਸਨੇ ਉਸ ਨੂੰ ਆਪਣੇ ਘਰ ਰਹਿਣ ਦਾ ਮੌਕਾ ਦੇ ਕੇ ਉਸ 'ਤੇ ਬਹੁਤ ਵੱਡਾ ਅਹਿਸਾਨ ਕੀਤਾ ਹੈ। ਉੱਥੇ ਰਹਿੰਦਿਆਂ ਹੀ ਉਸ ਨੂੰ ਪਰਿਵਾਰ ਸ਼ਬਦ ਦਾ ਅਰਥ ਸਮਝ ਆਇਆ। ਥੋੜੀ ਦੇਰ 'ਚ ਹੀ ਰੇਲ ਗੱਡੀ ਆ ਗਈ ਅਤੇ ਸਰਵਨ ਆਪਣੇ ਘਰ ਲਈ ਰਵਾਨਾ ਹੋ ਗਿਆ। ਰੇਲ ਗੱਡੀ ਵਿੱਚ ਬੈਠਾ ਸਰਵਨ ਆਪਣੀਆਂ ਸੋਚਾਂ ਵਿੱਚ ਗੁਆਚਿਆ ਰਿਹਾ। ਫਿਰ ਉਸ ਦਾ ਧਿਆਨ ਉਸ ਦੇ ਸਾਹਮਣੇ ਇੱਕ ਛੋਟੇ ਜਿਹੇ ਬੱਚੇ ਵੱਲ ਗਿਆ ਜੋ ਤਰ੍ਹਾਂ ਤਰ੍ਹਾਂ ਦੀਆਂ ਅਟਖੇਲੀਆਂ ਕਰ ਰਿਹਾ ਸੀ ਅਤੇ ਉਸ ਦੀ ਮਾਂ ਉਸ ਨੂੰ ਦੇਖ ਕੇ ਹੀ ਬਹੁਤ ਖੁਸ਼ ਹੋ ਰਹੀ ਸੀ। ਕੁਝ ਘੰਟਿਆਂ ਦੇ ਸਫ਼ਰ ਦੌਰਾਨ ਉਸਨੇ ਦੇਖਿਆ ਕਿ ਬੱਚੇ ਦੀ ਮਾਂ ਨੇ ਇੱਕ ਪਲ ਲਈ ਵੀ ਆਪਣਾ ਧਿਆਨ ਆਪਣੇ ਬੱਚੇ ਤੋਂ ਨਹੀਂ ਹਟਾਇਆ। ਇਹ ਸਭ ਦੇਖ ਕੇ ਸਰਵਨ ਨੂੰ ਆਪਣੀ ਮਾਂ ਦਾ ਨਿਸਵਾਰਥ ਪਿਆਰ ਯਾਦ ਆ ਗਿਆ। ਹੁਣ ਸਰਵਨ ਆਪਣੇ ਭਵਿੱਖ ਦਾ ਫੈਸਲਾ ਲੈ ਚੁੱਕਾ ਸੀ ਅਤੇ ਉਹ ਫੈਸਲਾ ਲੈ ਕੇ ਆਪਣੇ ਦਿਲ 'ਤੇ ਰੱਖੇ ਹੋਏ ਭਾਰ ਨੂੰ ਜਿਵੇਂ ਉਸਨੇ ਉਤਾਰ ਸੁੱਟਿਆ ਸੀ। ਖਿੜਕੀ ਤੋਂ ਬਾਹਰ ਦੇਖਦੇ ਹੋਏ ਉਸਦੇ ਚਿਹਰੇ 'ਤੇ ਪੈਣ ਵਾਲੀਆਂ ਤੇਜ਼ ਹਵਾਵਾਂ ਜਿਵੇਂ ਉਸਦੇ ਫੈਸਲੇ ਦੀ ਸਲਾਹਤਾ ਕਰ ਰਹੀਆਂ। ਇਸ ਦੇ ਨਾਲ ਉਸਦੇ ਦਿਲ ਵਿੱਚ ਆਪਣੇ ਮਾਤਾ ਪਿਤਾ ਪ੍ਰਤੀ ਬਹੁਤ ਪਿਆਰ ਜਾਗ ਗਿਆ ਸੀ। ਉਹ ਇਸ ਜ਼ਿੰਦਗੀ ਦੇ ਅਰਥ ਅਤੇ ਕੀਮਤ ਨੂੰ ਹੋਰ ਵੀ ਡੂੰਘਾਈ ਨਾਲ ਮਹਿਸੂਸ ਕਰ ਰਿਹਾ ਸੀ। ਥੋੜੀ ਦੇਰ ਬਾਅਦ ਜਦੋਂ ਸਰਵਨ ਆਪਣੇ ਘਰ ਦੇ ਬਾਹਰ ਪਹੁੰਚਿਆ ਤਾਂ ਉਹ ਉੱਥੇ ਖੜਾ ਕਦੇ ਗਲੀ ਵੱਲ ਦੇਖ ਰਿਹਾ ਸੀ ਅਤੇ ਕਦੇ ਆਪਣੇ ਘਰ ਨੂੰ ਬੜੇ ਧਿਆਨ ਨਾਲ ਦੇਖ ਰਿਹਾ ਸੀ। ਪਰ ਫਿਰ ਉਹ ਸੋਚਣ ਲੱਗਾ ਕਿ ਇਹ ਉਹੀ ਘਰ ਹੈ ਜਿੱਥੇ ਉਸਦਾ ਬਚਪਨ ਬੀਤਿਆ ਸੀ, ਜਿੱਥੇ ਉਹ ਅੱਜ ਤੱਕ ਰਹਿ ਰਿਹਾ ਹੈ। ਫਿਰ ਅੱਜ ਇਸ ਘਰ ਨੂੰ ਦੇਖ ਕੇ ਉਸਦੇ ਦਿਲ ਵਿੱਚ ਇੱਕ ਵੱਖਰੀ ਹੀ ਖਿੱਚ ਕਿਉਂ ਪੈਦਾ ਹੋ ਗਈ। ਉਸਦੀਆਂ ਅੱਖਾਂ ਅੱਗੇ ਉਸਦਾ ਬਚਪਨ ਆ ਗਿਆ। ਉਸ ਨੂੰ ਇਸ ਘਰ ਨਾਲ ਜੁੜੀ ਹਰ ਗੱਲ ਯਾਦ ਆਉਣ ਲੱਗੀ। ਇਸ ਤੋਂ ਬਾਅਦ ਜਦੋਂ ਉਸਨੇ ਦਰਵਾਜ਼ੇ ਦੀ ਘੰਟੀ ਵਜਾਈ ਤਾਂ ਅਗਲੇ ਹੀ ਪਲ ਦਰਵਾਜ਼ਾ ਖੁੱਲ੍ਹ ਗਿਆ। ਦਰਵਾਜ਼ੇ 'ਤੇ ਉਸਦੀ ਮਾਂ ਤੇ ਪਿਤਾ ਜੀ ਖੜੇ ਸਨ, ਪਰ ਜਿਵੇਂ ਹੀ ਸਰਵਨ ਨੇ ਉਹਨਾਂ ਵੱਲ ਦੇਖਿਆ ਤਾਂ ਉਸ ਨੂੰ ਅਹਿਸਾਸ ਹੋਇਆ ਕਿ ਸਿਰਫ 4 ਦਿਨਾਂ ਵਿੱਚ ਚਿੰਤਾ ਕਾਰਨ ਉਸਦੀ ਮਾਂ ਅਤੇ ਪਿਤਾ ਜੀ ਸੁੱਕ ਕੇ ਅੱਧੇ ਰਹਿ ਗਏ ਸਨ। ਉਹਨਾਂ ਦੀਆਂ ਬਜ਼ੁਰਗ ਅੱਖਾਂ ਵਿੱਚ ਉਦਾਸੀ ਸਾਫ਼ ਦਿਖਾਈ ਦੇ ਰਹੀ ਸੀ। ਉਹਨਾਂ ਦੀ ਅਜਿਹੀ ਹਾਲਤ ਦੇਖ ਕੇ ਸਰਵਨ ਦਾ ਕਾਲਜਾ ਮੂੰਹ ਨੂੰ ਆਉਣ ਲੱਗਿਆ ਅਤੇ ਅਚਾਨਕ ਉਸ ਦਾ ਬੈਗ ਹੱਥੋਂ ਛੁੱਟ ਕੇ ਹੇਠਾਂ ਡਿੱਗ ਗਿਆ ਅਤੇ ਉਹ ਆਪਣੀ ਮਾਂ ਤੇ ਪਿਤਾ ਨਾਲ ਲਿਪਟ ਗਿਆ ਤੇ ਰੋਣ ਲੱਗਿਆ। ਪਰ ਉਸਦੀ ਮਾਂ ਅਤੇ ਪਿਤਾ ਨੂੰ ਸਮਝ ਨਹੀਂ ਆ ਰਹੀ ਸੀ ਕਿ ਸਰਵਨ ਨੂੰ ਕੀ ਹੋਇਆ ਹੈ। ਦੋਵਾਂ ਨੇ ਉਸ ਤੋਂ ਇਸ ਤਰ੍ਹਾਂ ਰੋਣ ਦਾ ਕਾਰਨ ਪੁੱਛਿਆ ਤਾਂ ਉਹ ਕੁਝ ਨਾ ਕਹਿ ਸਕਿਆ। ਫਿਰ ਉਸਦੇ ਪਿਤਾ ਨੇ ਉਸਦੇ ਹੰਝੂ ਪੂੰਝਦੇ ਹੋਏ ਆਪਣੀ ਜੇਬ ਵਿੱਚੋਂ ਉਸਦਾ ਨਿਯੁਕਤੀ ਪੱਤਰ ਕੱਢਿਆ ਅਤੇ ਉਸ ਨੂੰ ਦੇਣ ਲੱਗੇ। ਜਦੋਂ ਸਰਵਨ ਨੇ ਨਿਯੁਕਤੀ ਪੱਤਰ ਆਪਣੇ ਹੱਥਾਂ 'ਚ ਫੜਿਆ ਤਾਂ ਉਹ ਗਿੱਲਾ ਸੀ। ਸਰਵਨ ਨੂੰ ਇਹ ਸਮਝ ਵਿੱਚ ਦੇਰ ਨਹੀਂ ਲੱਗੀ ਕਿ ਇਹ ਪੱਤਰ ਕਿਸੇ ਹੋਰ ਕਾਰਨ ਨਹੀਂ ਸਗੋਂ ਮਾਂ-ਬਾਪ ਦੇ ਹੰਝੂਆਂ ਕਾਰਨ ਗਿੱਲਾ ਹੋਇਆ ਹੈ। ਉਸਨੇ ਤੁਰੰਤ ਉਸ ਪੱਤਰ ਨੂੰ ਪਾੜ ਦਿੱਤਾ ਤੇ ਫਿਰ ਪਿਆਰ ਅਤੇ ਹਮਦਰਦੀ ਨਾਲ ਭਰੀ ਆਵਾਜ਼ ਵਿੱਚ ਕਿਹਾ, ਮਾਂ ਪਿਤਾ ਜੀ ਮੈਨੂੰ ਮਾਫ਼ ਕਰ ਦਿਓ। ਮੈਂ ਭਟਕ ਗਿਆ ਸੀ ਤੇ ਫਿਰ ਤੋਂ ਉਹਨਾਂ ਦੇ ਗਲੇ ਲੱਗ ਗਿਆ। ਅੱਜ ਇਸ ਘਰ ਵਿੱਚ ਪਿਆਰ ਤੇ ਖੁਸ਼ੀ ਦੇ ਹੰਝੂਆਂ ਦਾ ਹੜ੍ਹ ਆ ਗਿਆ ਸੀ। ਅੱਜ ਪਰਿਵਾਰ ਸੱਚਮੁੱਚ ਇੱਕ ਪਰਿਵਾਰ ਬਣ ਚੁੱਕਿਆ ਸੀ ਅਤੇ ਜ਼ਮੀਨ ਉੱਤੇ ਪਏ ਨਿਯੁਕਤੀ ਪੱਤਰ ਦੇ ਟੁਕੜੇ ਇਸ ਗੱਲ ਦੀ ਗਵਾਹੀ ਭਰ ਰਹੇ ਸਨ। ਅੱਜ ਪੂਰੇ ਘਰ 'ਚ ਸਰਵਨ ਦੀ ਇਹ ਸ਼ਬਦ ਗੂੰਜ ਰਹੇ ਸਨ ਕਿ ਮੈਂ ਤੁਹਾਨੂੰ ਛੱਡ ਕੇ ਕਿਤੇ ਨਹੀਂ ਜਾਵਾਂਗਾ, ਮੈਂ ਤੁਹਾਨੂੰ ਛੱਡ ਕੇ ਕਿਤੇ ਨਹੀਂ ਜਾਵਾਂਗਾ। ਕਿਸੇ ਨੇ ਕਿੰਨਾ ਵਧੀਆ ਕਿਹਾ ਹੈ, ਕਦੇ ਵੀ ਆਪਣੇ ਘਰ ਦੇ ਬਜ਼ੁਰਗਾਂ ਦੀਆਂ ਅੱਖਾਂ 'ਚ ਹੰਝੂ ਨਾ ਆਉਣ ਦੇਣਾ, ਕਿਉਂਕਿ ਜਿਸ ਘਰ ਦੀ ਛੱਤ ਪਾਣੀ ਕਰਕੇ ਚੌਂਦੀ ਹੈ ਉਸ ਘਰ ਦੀਆਂ ਕੰਧਾਂ ਵੀ ਕਮਜ਼ੋਰ ਹੋ ਜਾਂਦੀਆਂ ਹਨ। ਦੋਸਤੋ, ਤੁਹਾਨੂੰ ਸਾਡੀ ਇਹ ਕਹਾਣੀ ਕਿਸ ਤਰ੍ਹਾਂ ਲੱਗੀ? ਜੇਕਰ ਤੁਹਾਨੂੰ ਸਾਡੀ ਕਹਾਣੀ ਵਧੀਆ ਲੱਗੀ ਤਾਂ ਇਸ ਨੂੰ ਵੱਧ ਤੋਂ ਵੱਧ ਲਾਈਕ ਤੇ ਸ਼ੇਅਰ ਜ਼ਰੂਰ ਕਰਨਾ।